ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ ਤੇ ਅੱਜ ਗੱਲਬਾਤ ਕਰਾਂਗੇ ਕਾਂਗਰਸ ਦੀ ਅੰਦਰੂਨੀ ਖਾਨਾ ਜੰਗੀ ਦੀ। ਜਿਵੇਂ ਕਿ ਸਾਰੇ ਜਾਣਦੇ ਨੇ ਕਿ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦਾ ਵਕਤ ਨਜ਼ਦੀਕ ਆ ਰਿਹਾ ਤੇ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਬਹੁਤ ਜ਼ਿਆਦਾ ਵੱਧ ਗਿਆ ਹੈ। ਨਵਜੋਤ ਸਿੰਘ ਸਿੱਧੂ ਤੋਂ ਸ਼ੁਰੂ ਹੋਇਆ ਇਹ ਵਾਦ ਵਿਵਾਦ ਹੁਣ ਕਈ ਪੜਾਵਾਂ ਦੇ ਉੱਤੇ ਲਗਾਤਾਰ ਵੱਧਦਾ ਜਾ ਰਿਹਾ ਤੇ ਇਹਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਵਰਚੁਅਲ ਢੰਗ ਦੇ ਨਾਲ ਪੈਨਲ ਪੂਰਾ ਮੌਜੂਦ ਹੈ, ਉਹਨਾਂ ਦੀ ਬੇਬਾਕੀ ਦੇ ਨਾਲ ਰਾਏ ਲਵਾਂਗੇ। ਸਾਡੇ ਨਾਲ ਸੀਨੀਅਰ ਲੀਡਰ भी ने ते उगे वकील भी ने। हरीश राय टांडा जी ने साबका विधायक रह चुके ने, वो मौजूद रहणगे। और भाजपा के वलों साडे नाल रजिंदर भंडारी मौजूद रहणगे, सीनियर आगू ने भाजपा के। और इस तो इलावा कांग्रेस का पक्ष रखने के लिए कनवर हरप्रीत सिंह मौजूद रहणगे, चेयरमैन ने जन कल्याण और प्रचार सैल के कांग्रेस के। तो सारे मेहमानों का स्वागत है। तो पहले कमेंट लै लैंदे आ कनवर हरप्रीत सिंह तो। कांग्रेस का अंदरूनी कलेश बहुत सिखरां ते है, हर कोई विरोधी पार्टियां नूं भी बहुत बड़ा मौका मिल गया है। तो की देखते हो कांग्रेस का? हर बार ही यही चीज़ां रहिंदियां ने, तो इस बार तो जिहड़ा इंना क वध गया कि बिल्कुल चाहे राज सभा मैंबर होण, विधान सभा के लीडर होण, चाहे मंत्री होण, सारे बिल्कुल फ्रंट फुट ते आके कैप्टन अमरिंदर सिंह नूं घेर रहे हैं। देखो, सब तो पहला ਜਿਹੜਾ ਤੁਸੀਂ ਕਹਿੰਦੇ ਹੋ ਵੀ ਅੰਦਰੂਨੀ ਕਲੇਸ਼ ਬਹੁਤ ਜ਼ਿਆਦਾ ਵੱਧ ਗਿਆ ਹੈ, ਇਹ ਐਸਾ ਕੁਝ ਨਹੀਂ ਹੈ। ਇਹ ਤੁਸੀਂ ਕਹਿ ਸਕਦੇ ਹੋ ਵਿਚਾਰਾਂ ਦਾ ਮਤਭੇਦ ਹੈ। ਜਿੱਥੇ ਤੱਕ ਸਵਾਲ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ, ਉਹਨਾਂ ਦੇ ਮਤਭੇਦ ਮੈਂ ਇਸ ਗੱਲ ਨੂੰ ਬਿਲਕੁਲ ਡਿਨਾਈ ਨਹੀਂ ਕਰਦਾ। ਪਿਛਲੇ ਕਾਫੀ ਲੰਬੇ ਸਮੇਂ ਤੋਂ ਜਗ ਜ਼ਾਹਰ ਨੇ। ਪਰ हरप्रीत जी एक मिनट रोकना चाहूँगा। विचारों का मतभेद एक या दो बंद मानिया जा सकता है। प्रगट सिंह लै लो, नवजोत सिंह सिद्धू लै लो, सुखजिंदर रंधावा लै लो, कई धीमान होरां दा लै लो विधायक ने जिहड़े। तां हर कोई आपो अपना जिहड़ा हुण तां कह रहे आपो अपना राग लाप रहा, बिल्कुल सीधे तौर पर जिहड़ा 45 दिन का कोई समा दे रहा है। हेलो, आवाज नहीं आ रही? जी 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 इदां है, देखो मेरी गल नूं सुणो। ਤੁਹਾਡੀ ਗੱਲ ਠੀਕ ਹੈ, ਕਿਉਂਕਿ 4 ਸਾਲ 4.5 ਸਾਲ ਪਾਰਟੀ ਦੀ ਸਰਕਾਰ ਤੇ ਉਹਦੀਆਂ ਜਿਹੜੀਆਂ ਕਿਉਂਕਿ ਐਂਟੀ ਇਨਕੰਬੈਂਸੀ ਵਿਦਨ ਪਾਰਟੀ ਜਿਹੜਾ ਇੱਕ ਮੁੱਦਾ ਹਮੇਸ਼ਾ ਹਰੇਕ ਪਾਰਟੀ, ਮੈਂ ਇਹ ਨਹੀਂ ਕਹਿੰਦਾ ਇਕੱਲੇ ਕਾਂਗਰਸ ਪਾਰਟੀ ਜਾਂ ਕਿਸੇ ਹੋਰ, ਹਰੇਕ ਪਾਰਟੀ 'ਚ ਵਿਚਾਰਾਂ ਦਾ ਮਤਭੇਦ, ਇੱਕ ਦੂਸਰੇ ਦੇ ਪ੍ਰਤੀ ਥੋੜੀ ਬਹੁਤੀ ਕਿਸੇ ਦੇ ਕੋਈ ਨਾਰਾਜ਼ਗੀ, ਕਿਸੇ ਦੇ ਕੋਈ ਕੰਮ ਦੋ ਘੱਟ ਹੋਏ, ਕਿਸੇ ਦੇ ਵੱਧ ਹੋਏ, ਕਿਸੇ ਨੂੰ ਕਿਸੇ ਕੰਮ ਦੀ ਥੋੜੀ ਬਹੁਤ ਨਾਰਾਜ਼ਗੀ, ਕਿਸੇ ਦਾ ਗੁੱਸਾ ਉਹ ਰਹਿੰਦਾ ਹੈ। ਇਸ ਨੂੰ ਜਿਹੜਾ ਤੁਸੀਂ ਬੜਾ ਵੱਡਾ ਇੱਕ ਰੂਪ ਦੇ ਰਹੇ ਹੋ, ਐਸਾ ਕੁਝ ਨਹੀਂ ਹੈ। ਇਹ ਪਾਰਟੀ ਹਾਈਕਮਾਂਡ ਨੋਟਿਸ ਹੈ, ਹਾਈਕਮਾਂਡ ਇੰਟਰਵੀਨ ਕਰ ਰਹੀ ਹੈ ਔਰ ਜਲਦੀ ਇਹਦਾ ਕੋਈ ਨਾ ਕੋਈ ਜਿਹੜਾ ਸੋਲੂਸ਼ਨ ਵਧੀਆ ਨਿਕਲੇਗਾ, ਸਾਰਿਆਂ ਦੇ ਸਿਰ ਜੋੜ ਕੇ ਇਕੱਠੇ ਬਿਠਾ ਕੇ। ਠੀਕ ਹੈ, ਤਾਂ ਸੋਲੂਸ਼ਨ ਨਿਕਲੇਗਾ। ਤੁਸੀਂ ਕਹਿੰਦੇ ਹੋ ਕਿ ਵਿਚਾਰਾਂ ਦਾ ਮਤਭੇਦ ਹੈ। ਟਾਂਡਾ ਜੀ ਦਾ ਇੱਕ ਕਮੈਂਟ ਲਈਏ। ਟਾਂਡਾ ਸਾਹਿਬ, ਰੌਲਾ ਬਹੁਤ ਹੈ ਵਿਦਨ ਆਪਣਾ ਹੀ ਇਹਨਾਂ ਦਾ ਪਾਰਟੀ ਦੇ ਵਿੱਚ, ਤਾਂ ਵੱਡੇ ਪੱਧਰ ਤੁਸੀਂ ਤਾਂ ਜਾਣਦੇ ਹੋ ਸਾਰੇ, ਤੁਸੀਂ ਵੀ ਪੂਰੀ ਇਸ ਚੀਜ਼ ਦੇ ਉੱਤੇ ਪਕੜ ਰੱਖਦੇ ਹੋ, ਤਾਂ ਤੁਸੀਂ ਕੀ ਮੰਨਦੇ ਹੋ? ਹੈ ਵਿਚਾਰਾਂ ਦਾ ਮਤਭੇਦ ਕਿ ਉਸ ਤੋਂ ਵੱਧ ਗਈ ਹੈ ਗੱਲ? ਇਹ ਬਹੁਤ ਵੱਡੀ ਇਨਰ ਫਾਈਟ ਹੈ। 4.5 ਸਾਲ ਨੌਨ ਪਰਫਾਰਮੈਂਸ ਆਫ ਕੈਪਟਨ ਅਮਰਿੰਦਰ ਪਿਛਲੇ ਕਾਫੀ ਸਮੇਂ ਤੋਂ ਕਿਸਾਨ ਅੰਦੋਲਨ ਦੇ ਨੀਚੇ ਲੁਕੀ ਰਹੀ। ਹੁਣ ਜਦ ਸਮਾਂ ਨੇੜੇ ਆਉਂਦਾ ਹੈ, ਇਹਨਾਂ ਦੇ ਇੱਕ ਲੀਡਰ ਨੂੰ ਮਹਿਸੂਸ ਹੁੰਦਾ ਹੈ ਕਿ ਮੁੜ ਕੇ ਇਲੈਕਸ਼ਨ 'ਚ ਜਾਣਾ, ਉਤਰਨਾ, ਲੋਕਾਂ 'ਚ ਪਹੁੰਚਣਾ, ਰੈਜ਼ਿਸਟੈਂਸ ਬਣਾਉਣੀ ਹੋਊਗਾ। ਲੋਕ ਰੈਜ਼ਿਸਟ ਕਰਨਗੇ ਕਿਉਂਕਿ ਜਿੰਨੇ ਝੂਠ ਬੋਲ ਕੇ, ਲਾਰੇ ਲਾ ਕੇ ਇਹਨਾਂ ਨੇ ਗਵਰਨਮੈਂਟ ਬਣਾਈ ਸੀ, ਕੋਈ ਵੀ ਉਹਦੇ ਵਿੱਚੋਂ ਚੀਜ਼ ਪੂਰੀ ਨਹੀਂ ਕਰ ਸਕੀ। ਉਹਨੇ ਜਿੰਨੇ ਵੀ ਇਹਨਾਂ ਦੇ ਇੱਕ ਹੋਰ ਪ੍ਰੋਬਲਮ ਹੈ ਕਿ ਕੈਪਟਨ ਸਾਹਿਬ ਨੇ ਕਿਹਾ ਸੀ ਮੇਰੀ ਆਖਰੀ ਇਲੈਕਸ਼ਨ, ਤਾਂ ਕਈ ਬੰਦੇ ਚੁੱਪ ਬੈਠੇ ਸੀ ਸੋਚ ਕੇ ਕਿ ਸਮੇਂ ਆਉਣ ਤੇ ਮੈਂ ਆਪਣੀ ਲੀਡਰਸ਼ਿਪ ਚਮਕਾਉਂਗਾ। ਉਹਦੇ 'ਚ ਬਾਜਵਾ ਜੀ ਵੀ ਹੈ, ਸਿੱਧੂ ਜੀ ਵੀ ਹੈ, ਬਿੱਟੂ ਵੀ ਹੈ, ਰੰਧਾਵਾ ਜੀ ਵੀ ਹੈ, ਸਾਰੇ ਹੈ। ਹੁਣ ਇਹ ਇਨਰ ਫਾਈਟ ਹੈ ਜਿਹੜੀ ਉਹ ਇੰਨੀ ਉੱਭਰ ਕੇ ਆਈ ਹੈ ਕਿ ਸਾਰੇ ਸੋਚਦੇ ਆ ਕਿ ਕਿਸੇ ਇਸ਼ੂ ਤੇ ਅਸੀਂ ਇਲੈਕਸ਼ਨ ਨਹੀਂ ਲੜ ਸਕਦੇ। ਇੱਕ ਇਹਨਾਂ ਨੇ ਬਹੁਤ ਵੱਡਾ ਇਸ਼ੂ ਇਹਨਾਂ ਨੇ ਵੀ, ਆਮ ਆਦਮੀ ਪਾਰਟੀ ਨੇ ਵੀ ਰੇਸ ਕੀਤਾ ਸੀਗਾ, ਬੇਅਦਬੀ ਦਾ। ਉਹਦੇ ਤੇ ਰਾਈਡ ਕਰਕੇ, ਲੋਕਾਂ ਦੀਆਂ ਇਮੋਸ਼ਨਸ ਨੂੰ ਯੂਜ਼ ਕਰਕੇ, ਇਹਨਾਂ ਦੀ ਇਸ ਫੀਲਿੰਗਸ ਨੂੰ ਉਭਾਰ ਕੇ ਵੋਟਾਂ ਲੈ ਕੇ ਆਏ ਸੀ। ਹੁਣ ਉਹਦੇ ਵਿੱਚ ਵੀ ਇਹਨਾਂ ਕੋਲ ਕੋਈ ਸਕਸੈਸ ਨਹੀਂ ਹੋਈ। ਹਲੇ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਇਹਨਾਂ ਨੇ ਸਿਆਸੀ ਮੰਤਵ ਲਈ ਜਿੰਨਾ ਯੂਜ਼ ਕਰਨਾ ਸੀ ਉਹ ਐਕਸਪੋਜ਼ ਹੋ ਗਿਆ ਹਾਈ ਕੋਰਟ ਦੇ ਆਰਡਰ ਦੇ ਬਾਅਦ। ਹੁਣ ਇਹ ਪ੍ਰੈਸ਼ਰ ਬਿਲਡ ਕਰ ਰਹੇ ਆ ਕੈਪਟਨ ਤੇ ਕਿ ਹੋਰ ਕੋਈ ਰਾਹ ਨਹੀਂ, ਫੜ ਕੇ ਬਾਦਲਾਂ ਨੂੰ ਅੰਦਰ ਕਰ ਦਿਓ, ਫੜ ਕੇ ਕਿਸੇ ਨੂੰ ਅੰਦਰ ਕਰ ਦਿਓ। ਜਦ ਤਾਂ ਕੈਪਟਨ ਸਾਹਿਬ ਪ੍ਰਗਟ ਨੂੰ ਜਾਂ ਸਿੱਧੂ ਨੂੰ ਕਹਿਣ ਕਿ ਵਿਜੀਲੈਂਸ ਕੋਲ ਫਾਈਲਾਂ ਤਿਆਰ ਹੈ, ਫਿਰ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ।
ਜਦ ਕੈਪਟਨ ਸਾਹਿਬ ਅਕਾਲੀ ਦਲ ਨੂੰ ਇਹ ਕਹਿਣ ਕਿ ਫੜ ਕੇ ਬਿਨਾਂ ਐਵੀਡੈਂਸ ਦੇ ਅੰਦਰ ਕਰ ਦਿਓ, ਫਿਰ ਇਹ ਕਹਿੰਦੇ ਅਸੀਂ ਬੜੇ ਵਾਜਿਬ ਹੈ। ਇਹ ਸਾਰੀ ਦੀ ਸਾਰੀ ਤਿਲ ਮਿਲਾ ਰਹੇ ਹੈ, ਇਹਨਾਂ ਦਾ ਬੇੜਾ ਡੁੱਬ ਰਿਹਾ, ਹੁਣ ਚੂਹੇ ਛਾਲਾ ਮਾਰ ਮਾਰ ਭੱਜ ਰਹੇ ਆ। ਅੱਛਾ ਭੰਡਾਰੀ ਜੀ, ਤੁਸੀਂ ਕਿਵੇਂ ਮੰਨਦੇ ਹੋ, ਤੁਸੀਂ ਕੀ ਦੇਖਦੇ ਹੋ? ਤੁਸੀਂ ਸਿਆਸਤ ਦੇ ਵਿੱਚ ਆਪ ਵੀ ਬਹੁਤ ਲੰਮਾ ਸਮਾਂ ਬਿਤਾਇਆ, ਹਾਲਾਂਕਿ ਭਾਜਪਾ ਵੀ ਇਸ ਵੇਲੇ ਪੂਰੀ ਤਰ੍ਹਾਂ ਦੇ ਨਿਸ਼ਾਨੇ ਤੇ ਹੈ, ਪਰ ਗੱਲ ਅੱਜ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਹੋ ਰਹੀ ਹੈ, ਤਾਂ ਤੁਸੀਂ ਕੀ ਦੇਖਦੇ ਹੋ? ਕੁੰਵਰ ਹਰਪ੍ਰੀਤ ਜੀ ਨੇ ਤਾਂ ਗੱਲ ਮੁਕਾਤੀ ਕਾਂਗਰਸ ਦੇ, ਕਹਿੰਦੇ ਕਿ ਅੰਦਰੂਨੀ ਮਤਭੇਦ ਹੈ, ਅਕਸਰ ਇਹੀ ਚੀਜ਼ ਕਹੀ ਜਾਂਦੀ ਹੈ ਜਿੱਡੀ ਵੱਡੀ ਲੜਾਈ ਹੋਵੇ। ਦੇਖੋ ਇਦਾਂ ਹੈ ਕਿ ਕਾਂਗਰਸ, ਅੱਜ ਦੀ ਕਾਂਗਰਸ, ਮੈਂ ਕੁੰਵਰ ਜੀ ਨਾਲ ਪਹਿਲਾਂ ਹੀ ਉਹਨਾਂ ਕੋਲ ਮਾਫੀ ਮੰਗ ਕੇ ਕਹਿਣਾ ਹੈ ਕਿ ਅੱਜ ਦੀ ਕਾਂਗਰਸ ਉਹ ਕਾਂਗਰਸ ਨਹੀਂ ਹੈ। ਅੱਜ ਦੀ ਕਾਂਗਰਸ ਸਵਾਰਥ ਦੇ ਨੇੜੇ ਤੇੜੇ ਘੁੰਮਦੀ ਹੈ ਔਰ ਨਿੱਜੀ ਸਵਾਰਥ, ਪਾਰਟੀ ਦਾ ਸਵਾਰਥ ਨਹੀਂ, ਨਿੱਜੀ ਹਰ ਇੱਕ ਦਾ, ਜਿਹਦੀ ਮਰਜ਼ੀ ਕਰ ਲਓ, ਕੈਪਟਨ ਤੋਂ ਲੈ ਕੇ ਬ੍ਰਹਮਿੰਦਰਾ ਤੋਂ ਲੈ ਕੇ ਸਿੱਧੂ ਤੋਂ ਲੈ ਕੇ ਸੁਖੀ ਰੰਧਾਵਾ ਤੋਂ ਲੈ ਕੇ ਚੰਨੀ ਤੋਂ ਲੈ ਕੇ ਬਾਕੀ ਥਾਂ ਸਾਰਿਆਂ ਦੇ ਨਿੱਜੀ ਸਵਾਰਥ ਹੈ, ਕਿਉਂਕਿ ਪਾਰਟੀ ਨਿੱਜੀ ਸਵਾਰਥਾਂ ਦੇ ਵਿਅਕਤੀ ਹੈ। ਤੇ ਕੈਪਟਨ ਨੇ ਜਿਹੜਾ ਲੋਕਾਂ ਦੇ ਅੱਖਾਂ ਦੇ ਵਿੱਚ ਧੂਲ ਪਾ ਕੇ ਸੱਤਾ ਲਿੱਤੀ ਸੀ ਔਰ ਕੁਛ ਹੱਦ ਤੱਕ ਉਹਦਾ ਫਾਇਦਾ ਆਪ ਪਾਰਟੀ ਨੇ ਵੀ ਚੱਕ ਸਕੀ, ਉਹ ਦੋ ਮੁੱਦੇ ਸੀ, ਇੱਕ ਨਸ਼ੇ ਦਾ, ਦੂਜਾ ਬੇਅਦਬੀ ਦਾ। ਔਰ ਦੋਨੇ ਮੁੱਦਿਆਂ ਤੇ ਛੱਡੋ ਕਿ ਕਿਸੇ ਵੀ ਮੁੱਦੇ ਤੇ ਨਹੀਂ ਇਹ ਖੜ ਸਕੇ। ਨਸ਼ੇ ਵਾਲੀ ਗੱਲ ਹੈ ਤੇ ਤੁਸੀਂ ਹੁਣੇ ਸੁੱਖੀ ਰੰਧਾਵੇ ਦੀ ਸਪੋਕਸਮੈਨ ਨੂੰ ਜਿਹੜੀ ਦਿੱਤੀ ਇੰਟਰਵਿਊ ਹੁਣ ਪੁੱਛ ਲਓ, ਤੇ ਜੋ ਬੇਅਦਬੀ ਦਾ ਤੁਹਾਡੇ ਸਾਹਮਣੇ ਹੈ, ਜੱਗ ਜ਼ਾਹਰ ਹੈ, ਹਰ ਚੀਜ਼ ਨੂੰ ਪਤਾ, ਹਰ ਕੋਈ ਇਹਨਾਂ ਨੂੰ ਕਹਿ ਰਿਹਾ ਵੀ ਇਹਨਾਂ ਨੇ ਕੁਛ ਨਹੀਂ ਕੀਤਾ। ਔਰ ਜਿੰਨੀਆਂ ਵੀ ਇਹਨਾਂ ਨੇ ਪ੍ਰੋਮਿਸਿਸ ਕੀਤੇ ਸੀ, ਕਹਿ ਨੂੰ ਜੋ ਮਰਜ਼ੀ ਕਹੀ ਜਾਣ, ਮੈਂ ਦਾਅਵੇ ਨਾਲ ਕਹਿਣਾ ਕਿ ਇੱਕ ਵੀ ਪ੍ਰੋਮਿਸ ਘਰ ਘਰ ਨੌਕਰੀ ਹੈ ਨਹੀਂ, ਅਨਐਮਪਲਾਇਮੈਂਟ ਅਲਾਊਂਸ ਹੈ ਨਹੀਂ, ਦਲਤਾਂ ਦਾ ਕਰਜ਼ਾ ਮਾਫ ਕਰਨਾ ਸੀ ਹੈ ਨਹੀਂ। ਉਹ ਗੱਲ ਤਾਂ ਭੰਡਾਰੀ ਸਾਹਿਬ ਇਹੀ ਗੱਲ ਹੋਗੀ ਨਾ, ਉਧਰ ਤੋਂ ਤਾਂ ਧਿਆਨ ਹੀ ਲੋਕਾਂ ਦਾ ਸਾਰਾ ਇੱਧਰ ਹੀ ਖਿੱਚ ਲਿਆ, ਪਾਰਟੀ ਦੀ ਜਿਹੜੀ ਅੰਦਰੂਨੀ ਲੜਾਈ ਆ ਉਧਰ ਹੀ ਹੋ ਗਿਆ, ਦੂਜੇ ਪਾਸੇ ਦਾ ਕੋਈ ਜਵਾਬ ਹੀ ਨਹੀਂ ਦੇ ਰਿਹਾ। ਤੁਹਾਡਾ ਸਾਹਮਣੇ ਕਹਿ ਦਿੱਤਾ ਵੀ ਜਦ ਬੇੜਾ ਡੁੱਬਦਾ ਹੈ ਨਾ, ਜਦ ਜਹਾਜ਼ ਡੁੱਬਦਾ ਤੇ ਸਭ ਨਾਲ ਪਹਿਲਾਂ ਚੂਹੇ ਭੱਜਦੇ ਆ। ਚਲੋ ਹਰਪ੍ਰੀਤ ਹੁਣ ਚੂਹੇ ਭੱਜ ਰਹੇ। ਹਰਪ੍ਰੀਤ ਜੀ ਦਾ ਕਮੈਂਟ ਲਈਏ ਜੀ। ਹਰਪ੍ਰੀਤ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਢਾਂਡਾ ਸਾਹਿਬ ਬੋਲ ਰਹੇ ਨੇ, ਰਜਿੰਦਰ ਭੰਡਾਰੀ ਜੀ ਬੋਲ ਰਹੇ ਨੇ, ਇਹਨਾਂ ਦੀ ਇੱਕ ਆਪਸੀ ਜਿਹੜੀ ਪੁਰਾਣੀ ਸਾਂਝ ਹੈ, ਜਿਹੜੀ ਅੱਜ ਵੀ ਮੈਂ ਸਮਝਦਾ ਟੁੱਟੀ ਨਹੀਂ, ਔਰ ਜਿਹੜਾ ਇਹ ਇੱਕ ਦੂਸਰੇ ਦੇ ਦਿਲ ਦੀਆਂ ਗੱਲਾਂ ਕਰਦੇ ਨੇ। ਮੈਂ ਸਭ ਤੋਂ ਪਹਿਲਾਂ ਢਾਂਡਾ ਸਾਹਿਬ ਦਾ ਵੈਸੇ ਤਾਂ ਮੈਂ ਬਹੁਤ ਸਤਿਕਾਰ ਕਰਦਾ, ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਇਹ ਤਾਂ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੇ ਕਿਸੇ ਬਿਆਨਬਾਜ਼ੀ ਦਾ ਕੋਈ ਹੱਕ ਨਹੀਂ। ਉਹਦਾ ਕਾਰਨ ਇਹ ਹੈ, ਸਭ ਤੋਂ ਵੱਡਾ ਕਾਰਨ, ਕਿ ਇੱਕ ਤਾਂ ਇਹਨਾਂ ਪਾਰਟੀ ਦੇ ਵਿੱਚ ਹਾਲਾਤ ਦੇਖੋ ਇਹਨਾਂ ਦੇ, ਪਰ ਠੀਕ ਹੈ, ਪਰ ਹਰਪ੍ਰੀਤ ਜੀ ਗੱਲ ਇਹ ਹੈ ਨਾ ਕਿ ਜੇ ਮੌਕਾ ਪਾਰਟੀ ਨੇ ਦਿੱਤਾ ਤਾਂ ਕਿਉਂਕਿ ਮੈਂ ਆਪਣੀ ਗੱਲ ਪਹਿਲਾਂ ਕਰਨਾ, ਹਾਂ ਜੀ ਜ਼ਰੂਰ ਮੈਨੂੰ ਮੌਕਾ ਦਿਓ ਜੀ। ਵੀ ਬਾਦਲ ਸਾਹਿਬ ਨਾਲ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਜੇਲਾਂ ਕੱਟੀਆਂ, ਸੰਘਰਸ਼ ਕੀਤੇ, ਲੰਮੀ ਸਿਆਸੀ ਪਾਰੀ ਖੇਡੀ 40 45 ਸਾਲ, ਅੱਜ ਉਹ ਇਹਨਾਂ ਦੇ ਉਲਟ ਔਰ ਇਹਨਾਂ ਦੇ ਜਿਹੜੇ ਸਤਿਕਾਰਯੋਗ ਪ੍ਰਧਾਨ ਜੀ ਦੇ ਮਤਲਬ ਜੋ ਉਹਨਾਂ ਦੇ ਬਿਆਨ ਨੇ, ਤੇ ਮੈਂ ਉਹਦੇ ਬਾਰੇ ਮੈਂ ਗੱਲ ਕਰਨੀ ਨਹੀਂ ਚਾਹੁੰਦਾ, ਸਾਰਾ ਪੰਜਾਬ ਜਾਣਦਾ। ਜਿਹੜੀ ਮੇਨ ਕਾਂਗਰਸ ਦੀ ਆਪਾਂ ਕਰੀਏ, ਦੇਖੋ ਭੰਡਾਰੀ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕੀਤੀ ਹੈ, ਕਹਿੰਦੇ ਵੀ ਅਗਲੇ ਇਲੈਕਸ਼ਨ ਜਾਣ ਲਈ ਇਹ ਸਾਰੇ ਜਿਹੜੇ ਆ ਉਹ ਤਰਲੋ ਮੱਛੀ ਹੋਏ ਫਿਰਦੇ ਵੀ ਅਸੀਂ ਕਿਸ ਮੁੱਦੇ ਨੂੰ ਲੈ ਕੇ। ਬਿਲਕੁਲ ਠੀਕ ਗੱਲ ਹੈ, ਅਸੀਂ ਅਗਲੇ ਇਲੈਕਸ਼ਨ ਜਾਣ ਦੇ ਲਈ ਅਗਲੇ ਇਲੈਕਸ਼ਨ 'ਚ ਜਿਹੜਾ ਸਾਡਾ ਪਿਛਲੇ ਜਿਹੜੀ ਸਾਡੀ ਸਰਕਾਰ 5 ਸਾਲ ਦੀ ਰਹੀ, ਉਹਦੇ ਵਿੱਚ ਅਸੀਂ ਕੀ ਕੀਤਾ ਇਹ ਦੱਸਣ ਦੇ ਲਈ ਬਿਲਕੁਲ ਸਾਰੇ ਪੱਬਾਂ ਭਾਰ ਹੋਈ ਫਿਰਦੇ ਆ। ਵਿਅਕਤ ਕਰਦਾ ਅਕਾਲੀ ਦਲ ਕਹਿੰਦਾ ਕਿ ਤੁਸੀਂ 4.5 ਸਾਲ ਦਾ ਸਮਾਂ ਸੀ, ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ? 4.5 ਸਾਲ ਦਾ ਸਮਾਂ ਸੀ, ਇਹੀ ਤਾਂ ਗੱਲ ਬਾਰ-ਬਾਰ ਮੁੱਦੇ ਚੁੱਕੇ ਜਾਂਦੇ ਨੇ। ਪਰ ਤੁਸੀਂ ਇਹ ਠੀਕ ਹੈ, ਤੁਹਾਡੀ ਗੱਲ ਠੀਕ ਹੈ, ਅਸੀਂ ਮੰਨਦੇ ਹਾਂ, ਪਰ ਇਹ ਚੀਜ਼ ਹੈ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਗੱਲ ਲਿਜਾ ਕੇ ਇਹ ਤਾਂ ਮੰਨਦੇ ਹੋ ਕਿ ਆਪਸ ਦੇ ਵਿੱਚ ਕਲੇਸ਼ ਹੈਗਾ, ਪਾਰਟੀ 'ਚ ਵਿਦਿਨ ਰੌਲਾ ਹੈਗਾ ਔਰ ਬਹੁਤ ਵੱਡਾ ਹੈ। ਆਵਾਜ਼ ਨਹੀਂ ਆ ਰਹੀ। ਚਲੋ ਹਰਪ੍ਰੀਤ ਜੀ ਦੇ ਵੱਲੋਂ ਕਮੈਂਟ ਲੈ ਲਿਆ ਗਿਆ। ਢਾਂਡਾ ਸਾਹਿਬ ਇਹ ਵੱਡੇ ਇਲਜ਼ਾਮ ਚੁੱਕਦੇ ਨੇ ਕੁੰਵਰ ਹਰਪ੍ਰੀਤ ਜੀ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਅਕਾਲੀ ਦਲ ਕਹਿੰਦਾ ਕਿ ਅਸੀਂ ਜਿੰਨਾ ਸਾਡੇ ਤੋਂ ਵੱਸ ਪਿਆ ਅਸੀਂ ਕੇਂਦਰੀ ਕੈਬਨਿਟ ਛੱਡਤੀ ਕਿ ਜਦੋਂ ਕਿਸਾਨਾਂ ਦਾ ਮੁੱਦਾ ਆਇਆ। ਇਹ ਕਾਂਗਰਸ ਦੇ ਬੰਦੇ ਹਰ ਜਗ੍ਹਾ ਆ ਕੇ ਕਿਸਾਨ ਦੀ ਛਤਰੀ ਦੇ ਨੀਚੇ ਲੁਕਦੇ ਨੇ। ਇਹ ਦੱਸਣ ਇਹਨਾਂ ਦੀ ਅੰਦਰੂਨੀ ਲੜਾਈ ਕਿਉਂ, ਇਹ ਦੱਸਣ ਕਿ ਪ੍ਰਗਟ ਸਿੰਘ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਵਿਜੀਲੈਂਸ ਵਿਭਾਗ ਦਾ ਡੀਜੀਪੀ ਚਾਹਲ ਹੈ, ਕੱਲਾ ਵਿਜੀਲੈਂਸ ਦਾ ਨਹੀਂ ਹੈ, ਉਹ ਐਕਸਾਈਜ਼ ਦਾ ਵੀ ਹੈ ਇੰਚਾਰਜ।
ਇਹ 4.5 ਸਾਲ ਦਾ ਉਹ ਇੰਚਾਰਜ ਲੱਗਿਆ, ਉਹ ਕਿਹਨੇ ਲਾ ਕੇ ਦਿੱਤਾ? ਕਿਹੜੇ ਬੰਦੇ ਆ ਜਿਨ੍ਹਾਂ ਨੇ ਪੈਂਡੈਮਿਕ ਦੇ ਵਿੱਚ ਸ਼ਰਾਬ ਵੇਚੀ? ਉਹ ਕੌਣ 7 ਐਮਐਲਏ ਆ ਜਿਨ੍ਹਾਂ ਦਾ ਈਡੀ ਨੇ ਫਾਈਲ ਖੋਲੀ ਹੋਈ ਹੈ? ਇੱਕ ਮੈਂਬਰ ਪਾਰਲੀਮੈਂਟ ਇਹਨਾਂ ਦਾ, ਇਹ ਉਹ ਦੱਸਣ। ਇਹ ਦੱਸਣ ਕਿ ਜਿਹੜੀ ਤਸਕਰੀ ਹੈ ਚਿੱਟੇ ਦੀ, ਇਹਨਾਂ ਦੇ ਰਾਜ ਦੇ ਵਿੱਚ ਚੌਗਣੀ ਕਿਉਂ ਹੋ ਗਈ, ਵੱਧ ਕਿਉਂ ਗਈ? ਇਹ ਤਾਂ ਗੁਟਕਾ ਫੜ ਕੇ ਕਹਿੰਦੇ 4 ਦਿਨ ਦੇ ਵਿੱਚ ਅਸੀਂ ਦੂਰ ਕਰਾਂਗੇ। ਇਹ ਜਵਾਬ ਆਪਣੇ ਗੱਲਾਂ ਦਾ ਦੇਣ। ਇਹ ਦੱਸਣ ਕਿ 4.5 ਸਾਲ ਦੇ ਵਿੱਚ ਇਹਨਾਂ ਨੂੰ ਇੱਕ ਐਵੀਡੈਂਸ ਕਿਆ ਬਾਦਲ ਸਾਹਿਬ ਦੇ ਖਿਲਾਫ ਜਾਂ ਸੁਖਬੀਰ ਬਾਦਲ ਜੀ ਦੇ ਖਿਲਾਫ ਜਾਂ ਕਿਸੇ ਅਕਾਲੀ ਦਲ ਦੇ ਅਹੁਦੇਦਾਰ ਦੇ ਖਿਲਾਫ ਲੱਭਿਆ? ਇਹ ਬੱਚਾ ਕਹਿ ਦੇਣਾ ਕਿ ਬੱਚਾ ਕਹਿੰਦਾ ਹੈ, ਤੁਸੀਂ ਲੋਕਾਂ ਨੂੰ ਇਮੋਸ਼ਨਲ ਕਰਕੇ, ਰਿਲੀਜੀਅਸ ਭਾਵਨਾ ਇਨਸਾਈਟ ਕਰਕੇ ਤੁਸੀਂ ਜੋ ਖੇਡ ਖੇਡਣੀ ਸੀ ਖੇਡ ਲਈ, ਉਹ ਖੇਡ ਕੇ ਤੁਸੀਂ ਰਾਜ ਭਾਗ ਸਾਂਭ ਲਿਆ। ਤੁਸੀਂ ਦੱਸੋ ਅੱਜ ਤੱਕ ਕਿਹੜਾ ਐਵੀਡੈਂਸ ਹੈ ਜਿਹੜਾ ਲੀਡ ਕਰਦਾ ਹੈ ਤੁਹਾਡੇ ਕਹੇ ਤੇ ਬਾਦਲਾਂ ਨੂੰ ਫੜ ਕੇ ਕਿਸੇ ਨੇ ਅੰਦਰ ਨਹੀਂ ਦੇ ਦੇਣਾ? ਤੁਸੀਂ ਜਵਾਬ ਦਿਓ। ਜਿਹੜੀ 84 ਪੇਜ ਦੀ ਜਜਮੈਂਟ ਹਾਈ ਕੋਰਟ ਨੇ ਲਿਖੀ ਹੈ, ਉਹਦੇ ਵਿੱਚ ਕਿਆ ਤੁਹਾਡਾ ਪੂਰੀ ਪਾਰਟੀ ਦਾ ਨਕਾਬ ਨਹੀਂ ਲਾ ਦਿੱਤਾ ਕਿ ਤੁਸੀਂ ਇਸ ਮਾਮਲੇ ਨੂੰ ਯੂਜ਼ ਕਰ ਰਹੇ ਸੀ ਕੁੰਵਰ ਵਿਜੇ ਪ੍ਰਤਾਪ ਨੂੰ ਮੋਹਰਾ ਬਣਾ ਕੇ? ਕੁੰਵਰ ਵਿਜੇ ਪ੍ਰਤਾਪ ਅਸਤੀਫਾ ਦੇ ਕੇ ਕਿਉਂ ਭੱਜਿਆ? ਉਹਨੂੰ ਪਤਾ ਸੀ ਕਿ ਹੁਣ ਜੋ ਹਾਈ ਕੋਰਟ ਨੇ ਸਟ੍ਰਿਕਚਰਸ ਪਾਸ ਕਰਨੇ ਆ, ਜੋ ਕਮੈਂਟਸ ਓਰਲੀ ਕਰ ਦਿੱਤੇ ਸੀ, ਇਹ ਤਾਂ ਕੁੰਵਰ ਵਿਜੇ ਪ੍ਰਤਾਪ ਭੱਜਿਆ। ਇਹ ਕੁੰਵਰ ਵਿਜੇ ਪ੍ਰਤਾਪ ਭੱਜੇ ਦੱਸੇ ਕਿ ਜੇ ਇਹਨੂੰ ਹਟਾਇਆ ਗਿਆ ਸੀ ਇਲੈਕਸ਼ਨ ਕਮਿਸ਼ਨ ਨੇ, ਤੇ ਇਹਨੇ 25 ਮਈ 19 ਨੂੰ ਚਲਾਨ ਕਿਸ ਹੈਸੀਅਤ ਦਿੱਤਾ? ਇਹ ਕਾਂਗਰਸ ਨੂੰ ਜਵਾਬ ਦੇਣਾ ਪਊਗਾ ਕਿ ਇਹਨਾਂ ਦੀ ਬਾਕੀ ਦੀ ਸਿੱਟ ਦੀ ਟੀਮ ਨਹੀਂ ਐਗਰੀ ਕਰਦੀ ਸੀ ਜੋ ਕੁਕਰਮ ਕੁੰਵਰ ਵਿਜੇ ਪ੍ਰਤਾਪ ਸਿਆਸੀ ਆਕਿਆਂ ਦੇ ਸਹਿ ਤੇ ਕਰਦਾ ਸੀ, ਉਦੋਂ ਕਿਉਂ ਨਹੀਂ ਤੁਸੀਂ ਕਰੈਕਟਿਵ ਮੈਜਰਸ ਲਏ? ਇਹਨਾਂ ਨੂੰ ਇਹ ਵੀ ਦੱਸਣਾ ਪਊਗਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਜਿਹੜਾ ਚਲਾਨ ਦਿੱਤਾ, ਉਹਦੇ ਚ ਪਰਪਸਫੁਲੀ ਪਾਰਲੀਮੈਂਟ ਦੀ ਇਲੈਕਸ਼ਨਾਂ ਨੂੰ ਮੰਤਵ ਚ ਰੱਖ ਕੇ ਉਹ ਦਿੱਤਾ ਗਿਆ ਕਿ ਨੈਰੇਟਿਵ ਫੇਰ ਬਣੇ ਅਕਾਲੀਆਂ ਦੇ ਖਿਲਾਫ। ਇਹਨਾਂ ਨੂੰ ਦੱਸਣਾ ਪੈਣਾ ਅੱਜ ਤੱਕ ਕੀ ਐਵੀਡੈਂਸ ਲੱਭਿਆ ਇਹਨਾਂ ਨੇ। ਇਹਨਾਂ ਨੇ ਪਹਿਲਾਂ ਸੀਬੀਆਈ ਤੋਂ ਖੋਈ ਇਨਕੁਆਇਰੀ, ਹੁਣ ਦੱਸਣ ਕੀ ਲੱਭਿਆ। ਇਹ ਕੱਲੇ ਮੇਰੇ ਦੋਸਤ ਬੋਲਦੇ ਆ ਕਿ ਬੱਚਾ ਕਹਿੰਦਾ ਹੈ, ਬੱਚਾ ਤਾਂ ਕਹਿੰਦਾ ਪੂਰੀ ਕਾਂਗਰਸ ਕਰਪਟ ਹੈ ਤੇ ਚੋਰ ਹੈ। ਬੱਚਾ ਕਹਿੰਦਾ ਭਾਰਤ ਭੂਸ਼ਣ ਆਸੂ 60% ਅਨਾਜ ਖਾ ਗਿਆ ਪੈਂਡੈਮਿਕ ਦੇ ਵਿੱਚ, 1-2 ਦਿਨਾਂ ਦੇ ਵਿੱਚ ਵੰਡ ਕੇ ਦਿਖਾਤਾ। ਤਾਂ ਬੱਚਾ ਕਹਿੰਦਾ ਹੈ। ਬੱਚਾ ਕਹਿੰਦਾ ਚੰਨੀ ਨੇ ਇੱਕ ਆਈਐਸ ਔਰਤ ਦੇ ਨਾਲ ਕੀ ਕੀਤਾ। ਇਹ ਬੱਚਾ ਕਹਿੰਦਾ ਹੈ। ਬੱਚਾ ਕਹਿੰਦਾ ਹੈ ਕਿ ਜਿਹੜੇ ਸਾਡੇ ਸਿੱਧੂ ਸਾਹਿਬ ਹੈ, ਉਹਨਾਂ ਨੂੰ ਜੇ ਡਿਪਟੀ ਸੀਐਮਸ਼ਿਪ ਦੇ ਦਿਓ ਜਾਂ ਪਾਰਟੀ ਦੀ ਪ੍ਰਧਾਨਗੀ ਦੇ ਦਿਓ ਤਾਂ ਲੜਾਈ ਮੁੱਕ ਜਾਂਦੀ ਹੈ। ਕਿ ਰੌਲਾ ਸੱਤਾ ਦਾ ਹੈ ਕਿ ਰੌਲਾ ਇਹ ਪੰਜਾਬ ਦੇ ਹਿੱਤਾਂ ਦਾ ਹੈ। ਬੋਲੇਗਾ ਪੰਜਾਬ, ਜਾਗੇਗਾ ਪੰਜਾਬ, ਇਹ ਸਲੋਗਨਸ ਨਾਲ ਗੱਲ ਨਹੀਂ ਬਣਨੀ। ਸਿੱਧੂ ਸਾਹਿਬ ਨੂੰ ਦੱਸਣਾ ਪੈਣਾ ਕਿ 2 ਸਾਲ ਉਹ ਮੰਤਰੀ ਰਹੇ, ਉਹਨਾਂ ਨੇ ਕੀ ਸੁਧਾਰ ਉਸ ਮਹਿਕਮੇ ਚ ਕੀਤਾ? ਦੱਸਣ ਕਰਪਸ਼ਨ ਇਹਨਾਂ ਦੇ ਸਮੇਂ ਚ ਕਿਉਂ ਵਧੀ? ਸਿੱਧੂ ਸਾਹਿਬ ਦੇ ਸਮੇਂ ਇਹ ਕਿਉਂ? ਇਹ ਮੁੱਦੇ ਤਾਂ ਆਏ ਹੈ। ਮੁੱਦੇ ਇਹ ਹੈ ਕਿ ਤੁਸੀਂ 4.5 ਸਾਲ ਚ ਇੱਕ ਇੱਟ ਲਾਈ ਜਿਹੜੀ ਤੁਸੀਂ ਵਿਉਂਤ ਬਣਾਈ ਹੋਵੇ, ਜਿਹੜੀ ਸੁਖਬੀਰ ਬਾਦਲ ਦੇ ਸਮੇਂ ਜਿੰਨੇ ਡਿਵੈਲਪਮੈਂਟ ਦੇ ਪਲਾਨ ਸੀ ਉਹਦੇ ਇਲਾਵਾ ਤੁਸੀਂ ਕੱਖ ਨਹੀਂ ਕੀਤਾ। ਇਹ ਤਾਂ ਤੁਹਾਨੂੰ ਦੱਸਣਾ ਪੈਣਾ। ਤਾਂ ਹਰਪ੍ਰੀਤ ਜੀ ਦੇਖੋ, ਤੁਸੀਂ ਇਹ ਦੱਸਣਾ। ਹਰਪ੍ਰੀਤ ਜੀ ਬਿਲਕੁਲ ਦੇਖੋ, ਇਹ ਵੀ ਦੱਸਣਾ ਪੈਣਾ 1 ਸਾਲ ਪੈਂਡੈਮਿਕ ਦੇ ਵਿੱਚ ਪੰਜਾਬ ਸਰਕਾਰ ਨੇ ਕਿਹੜੀ ਕੌਡੀ ਲਾਈ ਨਵੇਂ ਬੈੱਡਸ ਲਾਉਣ ਦੀ, ਕਿਹੜੀ ਵਿਉਂਤ ਬਣਾਈ ਇਹਨਾਂ ਨੇ ਆਕਸੀਜਨ ਪੈਦਾ ਕਰਨ ਲਈ, ਕਿਹੜਾ ਇਹਨਾਂ ਨੇ ਕੰਮ ਕੀਤਾ L3 ਫੈਸਿਲਿਟੀਜ਼ ਵਧਾਉਣ ਲਈ। ਕੱਲਾ ਇੱਕ ਹੁਕਮ ਕਰ ਦੇਗਾ ਫਤਿਹ ਮਿਸ਼ਨ 2, ਫਤਿਹ ਮਿਸ਼ਨ 3, ਤਰ੍ਹਾਂ ਕਰਕੇ ਬੰਦੇ ਬਚ ਰਹੇ ਹੈ। ਮੁੱਦਾ ਇਹ ਹੈ ਕਿ ਅੱਜ ਦੁਗਣੀਆਂ ਮੌਤਾਂ ਹੋ ਰਹੀਆਂ, ਇਹ ਲਕੋ ਰਹੇ ਆ ਮੌਤਾਂ ਨੂੰ। ਮਾਨਸੇ ਦੇ ਇੱਕ ਪਿੰਡ 'ਚ 14 ਬੰਦੇ ਮਰ ਗਏ, ਇਹਨਾਂ ਨੇ ਸਿਰਫ 3 ਕਰੋਨਾ ਦੇ ਰਜਿਸਟਰ ਕੀਤੇ। ਸਰਪੰਚ ਦਹਾੜ ਮਾਰ ਕਹਿੰਦਾ ਸਾਰੇ ਕਰੋਨਾ ਨਾਲ ਮਰੇ। ਸ਼ਮਸ਼ਾਨ ਘਾਟ ਲੁਧਿਆਣੇ ਦੀ ਇੱਕ ਦੇ ਵਿੱਚ 2500 ਬੰਦੇ ਮਰ ਗਏ, ਇਹ ਕਹਿੰਦੇ ਸਿਰਫ 35-40 ਮਰੇ ਹੈ। ਪ੍ਰੋਬਲਮ ਤਾਂ ਬਿਲਕੁਲ ਠੀਕ ਹੈ ਤੁਹਾਡਾ ਜੀ। ਵਾਪਸ ਤੁਹਾਡੇ ਤੋਂ ਕਮੈਂਟ ਲਵਾਂਗੇ। ਭੰਡਾਰੀ ਸਾਹਿਬ ਇਹ ਬਹੁਤ ਵੱਡੇ ਜਿਹੜੇ ਸਵਾਲ ਚੁੱਕੇ ਨੇ, ਤੁਸੀਂ ਵੀ ਇਹ ਜੀ ਭੰਡਾਰੀ ਸਾਹਿਬ ਤੁਹਾਡਾ ਵੀ ਕਮੈਂਟ ਚਾਹੁੰਦੇ ਇਹਦੇ ਉੱਤੇ, ਕਿਉਂਕਿ ਅੱਜ ਜੀ ਸੁਣ ਰਿਹਾ ਭੰਡਾਰੀ ਸਾਹਿਬ, ਆਵਾਜ਼ ਆ ਰਹੀ ਹੈ ਮੇਰੀ? ਮੈਂ ਇਹ ਗੱਲ ਕਹਿ ਰਿਹਾ ਸੀ ਕਿ ਪਿਛਲੇ ਇਲੈਕਸ਼ਨਸ ਦੇ ਦੌਰਾਨ ਸ਼ੁਰੂਆਤ ਚ ਦੇਖੀਏ ਕੀ ਏਜੰਡਾ ਇਹਨਾਂ ਨੇ ਸੈੱਟ ਕੀਤਾ ਸੀ ਤੇ ਅੱਜ ਏਜੰਡਾ ਕਿੱਥੇ ਇਹਨਾਂ ਨੇ ਪਹੁੰਚਾਇਆ। ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਨੂੰ ਫੜ ਕੇ ਕਹਿ ਰਹੇ ਹੈ ਕਿ ਆ 30 ਕਿਲੋਮੀਟਰ ਦੂਰ ਦਮਦਮਾ ਸਾਹਿਬ, ਮੈਂ ਉਧਰ ਆਪਣਾ ਬਾਂਹ ਕਰਕੇ ਕਹਿਣਾ ਕਿ ਮੈਂ ਜਿਹੜਾ ਆਪ ਕਹਿੰਦਾ ਕਿ ਮੈਂ 4 ਮਹੀਨਿਆਂ ਚ ਖਤਮ ਕਰ ਦੂੰ ਨਸ਼ਾ, ਮੈਂ 4 ਹਫ਼ਤਿਆਂ ਚ ਕਰ ਦੂੰ। ਉਹ ਕਹਿੰਦੇ ਮੈਂ ਲੱਕ ਤੋੜਨ ਦੀ ਗੱਲ ਕਹੀ ਸੀ। ਲੱਕ ਤਾਂ ਛੱਡੋ ਜੀ, ਲੱਕ ਤੋੜਨ ਦਾ ਕੀ ਮਤਲਬ ਹੁੰਦਾ? ਲੱਕ ਤੋੜਨ ਦਾ ਮਤਲਬ ਮਾਰਨਾ ਨਹੀਂ ਹੁੰਦਾ। ਲੱਕ ਤੋੜਨਾ ਕੀ ਹੁੰਦਾ? ਲੱਕ ਤੋੜਨ ਦਾ ਮਤਲਬ ਇਹੀ ਹੁੰਦਾ। ਸੁੱਖੀ ਰੰਧਾਵਾ ਜੀ ਕਹਿੰਦਾ ਕੋਈ ਲੱਕ ਨਹੀਂ ਟੁੱਟਿਆ, ਏਦਾਂ ਹੀ ਕਹਿ ਰਿਹਾ ਸੁੱਖੀ ਰੰਧਾਵਾ, ਦੇਖ ਲਈ ਉਹ ਵੀਡੀਓ, ਕਹਿੰਦਾ ਕੋਈ ਲੱਕ ਨਹੀਂ ਟੁੱਟਿਆ। ਉਹ ਕਹਿ ਰਿਹਾ ਹੈ ਕਿ ਮੈਂ ਜਿਹੜੇ
ਪਿੰਡਾਂ ਦੇ ਵਿੱਚ ਬੱਚਿਆਂ ਨੂੰ ਨੌਕਰੀਆਂ ਨਹੀਂ, ਉਹਨਾਂ ਨੂੰ ਮੈਂ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗਾ। ਪਟਵਾਰਖਾਨੇ 'ਚ ਪੁਲਿਸ ਦੇ ਵਿੱਚ ਮੈਂ ਕਰਪਸ਼ਨ ਦੂਰ ਕਰਾਂਗਾ ਔਰ ਦਸਮ ਪਿਤਾ ਦੇ ਚਰਨਾਂ ਦੀ ਸਹੁੰ ਹੈ। ਦੱਸੋ ਫਿਰ ਇੱਕ ਇੱਕ ਪੁੱਛ ਲਓ ਜੀ ਇੱਥੋਂ, ਕਿਆ ਘਰ ਘਰ ਨੌਕਰੀ ਚਲੇਗੀ? ਕਿਆ ਨਸ਼ਾ ਖत्म ਹੋ ਗਿਆ? ਕਿਆ ਪੁਲਿਸ ਔਰ ਪਟਵਾਰਖਾਨੇ ਚੋਂ ਕਰਪਸ਼ਨ ਦੂਰ ਹੋਗੀ? ਕਿਆ ਕਿਸਾਨਾਂ ਦਾ ਕਰਜ਼ਾ ਮਾਫ ਹੋ ਗਿਆ? ਆੜਤੀਆਂ ਤੋਂ ਵੀ ਮਾਫ ਹੋ ਗਿਆ? ਕੁਛ ਤਾਂ ਦੱਸਣ ਕਿ ਅਨਐਮਪਲਾਇਮੈਂਟ ਅਲਾਊਂਸ ਮਿਲ ਗਿਆ? ਕਿਆ ਦਲਿਤਾਂ ਨੂੰ ਜੋ ਉਹਨਾਂ ਦਾ ਕਰਜ਼ਾ ਮਾਫ ਕਰਨਾ ਸੀ ਪਲੱਸ 300 ਰੁਪਇਆ 300 ਯੂਨਿਟ ਜਿਹੜੇ ਬਿਜਲੀ ਦੇ ਗਏ ਸੀ ਮਾਫ ਕਰਨੇ ਹੋ ਗਏ? ਕੁਛ ਵੀ ਤਾਂ ਹੋਇਆ ਹੀ ਨਹੀਂ। ਕਮਲ ਜੀ ਆਪ ਹੀ ਕਹਿੰਦੇ ਵੀ ਕੁਛ ਨਹੀਂ ਹੋਇਆ, ਮੈਂ ਕੀ ਕਹਿਣਾ। ਲਗਾਤਾਰ ਗੱਲਬਾਤ ਚੱਲ ਰਹੀ ਹੈ, ਭੰਡਾਰੀ ਸਾਹਿਬ ਹੋਰਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਨਾਲ ਰੱਖਿਆ ਗਿਆ, ਟਾਂਡਾ ਸਾਹਿਬ ਨੇ ਪੱਖ ਰੱਖਿਆ। ਤਾਂ ਇੱਕ ਸਵਾਲ ਦੁਬਾਰਾ ਲੈਂਦੇ ਆ। ਹਰਪ੍ਰੀਤ ਜੀ, ਤੁਸੀਂ ਲਗਾਤਾਰ ਇਹ ਚੀਜ਼ ਕਹਿ ਰਹੇ ਹੋ, ਚਲੋ ਜਿਹੜਾ ਬੇਅਦਬੀ ਵਾਲੀ ਗੱਲ ਆ ਤਾਂ 4.5 ਸਾਲ ਸਰਕਾਰ ਕੋਲ ਸੀ, ਉਹੀ ਚੀਜ਼ਾਂ ਬਾਰ-ਬਾਰ ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਨੇ, ਵੱਖ-ਵੱਖ ਰਾਜਨੀਤਿਕ ਆਗੂ ਵੀ ਕਹਿ ਰਹੇ ਨੇ, ਕਹਿੰਦੇ ਸਾਰਾ ਕੁਝ ਇਹਨਾਂ ਦੇ ਕੋਲ ਹੈ, ਚਾਹੇ CBI ਦੇ ਕੋਲ ਜਾਏ ਗਿਆ ਜਾਂ ਉਸ ਤੋਂ ਬਾਅਦ ਪੁਲਿਸ ਦੇ ਕੋਲ ਗਿਆ, ਤਾਂ ਜੇ ਇਹਨਾਂ ਨੂੰ ਕੋਈ ਚੀਜ਼ ਲੱਭਦੀ ਸੀ ਤਾਂ ਸਾਨੂੰ ਜੋ ਮਰਜ਼ੀ ਕਾਰਵਾਈ ਕਰ ਲੈਂਦੇ। ਤਾਂ ਇੱਕ ਵੱਡੀ ਗੱਲ ਇਹ ਵੀ ਹੈ ਕਿ ਮੈਡੀਕਲ ਸਿਸਟਮ ਬੁਰੀ ਤਰ੍ਹਾਂ ਦੇ ਨਾਲ ਫੇਲ ਨਜ਼ਰ ਆਇਆ ਔਰ ਇੱਕ RTI ਰਿਪੋਰਟ ਦਾ ਖੁਲਾਸਾ ਤੁਹਾਨੂੰ ਮੈਂ ਇਹਦਾ ਦੱਸਦਾ ਕਿ 261 ਜਿਹੜੇ ਵੈਂਟੀਲੇਟਰ ਨੇ ਸਰਕਾਰੀ ਹਸਪਤਾਲਾਂ ਦੇ ਪ੍ਰਾਈਵੇਟ ਨੂੰ ਦਿੱਤੇ। ਵੈਂਟੀਲੇਟਰ ਚਲਾਉਣ ਤੱਕ ਦੇ ਲਈ ਲੋਕ ਨਹੀਂ ਹੈਗੇ। ਸਾਲ 1.5 ਸਾਲ ਦਾ ਸਮਾਂ ਸੀ, ਉਹਦੇ ਦਰਮਿਆਨ ਵੀ ਪ੍ਰਬੰਧ ਮੁਕੰਮਲ ਨਹੀਂ ਕੀਤੇ ਗਏ, ਲੋਕ ਆਕਸੀਜਨ ਦੇ ਕਰਕੇ ਵੀ ਮਰੇ ਨੇ। ਇਹ ਚੀਜ਼ਾਂ ਵੀ ਜਵਾਬ ਦੇਖੋ, ਕਾਂਗਰਸ ਦੇ ਨੁਮਾਇੰਦੇ ਤੁਸੀਂ, ਉਹ ਤਾਂ ਤੁਹਾਡੇ ਤੋਂ ਹੀ ਲੈਣਾ ਸੀ। ਦੇਖੋ, ਪੰਜਾਬ ਦੇ ਵਿੱਚ ਆਕਸੀਜਨ ਦੀ ਕਮੀ ਨਾਲ ਮੌਤਾਂ ਨਹੀਂ ਹੋਈਆਂ, ਇਸ ਗੱਲ ਨੂੰ ਸਮਝੋ। ਕੋਈ ਫੈਕਟਸ ਐਂਡ ਫਿਗਰ ਐਸੇ ਨਹੀਂ ਹੈ। ਨਹੀਂ, ਅੰਮ੍ਰਿਤਸਰ ਦੇ ਵਿੱਚ ਹੋਈਆਂ ਜੀ। ਦੇਖੋ ਉਹ ਕੁਝ ਕਿਸੇ ਇੱਕ ਹਸਪਤਾਲ ਦੀ ਅਣਗਹਿਲੀ ਹੈ। ਮੈਂ ਸਮਝਦਾ ਤੁਸੀਂ ਕਹਿਣਾ ਚਾਹ ਰਹੇ ਹੋ। ਚਲੋ ਵੈਂਟੀਲੇਟਰਾਂ ਦੀ ਕਮੀ ਮੰਨਦੇ ਹੋ, ਜਿਹੜੇ ਵੈਂਟੀਲੇਟਰ ਪ੍ਰਾਈਵੇਟ, ਹਾਂਜੀ ਇਹ ਵਰਲਡ ਵਾਈਡ ਪੈਂਡੈਮਿਕ ਹੈ। ਇਹਦੇ ਵਿੱਚ ਤੁਸੀਂ ਇਹ ਕੰਪੇਅਰ ਕਰਨਾ ਬਾਕੀ ਸੂਬਿਆਂ ਨਾਲ ਕਰੋ, ਤੁਸੀਂ ਕਿਉਂ ਨਹੀਂ ਕਰਦੇ ਨਾਲ? ਤੁਸੀਂ ਕਿਉਂ ਕਰਦੇ ਹੋ? ਪੰਜਾਬ 'ਚ ਕੀ ਕੀਤਾ ਹੈ ਦੱਸੋ। ਦਿੱਲੀ ਸਰਕਾਰ ਨੇ ਕਰੋੜ ਰੁਪਏ ਦੇਤਾ ਜੀ ਡਾਕਟਰ ਜਿਹੜੇ ਪੈਂਡੈਮਿਕ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ। ਤਾਂ ਤੁਸੀਂ ਅੱਛਾ ਚਲੋ ਤੁਸੀਂ ਸੈਟੀਸਫਾਈਡ ਹੋ ਜਿਹੜੀ ਜੋ ਕਾਰਗੁਜ਼ਾਰੀ ਰਹੀ ਹੈ? ਸੈਟੀਸਫਾਈ ਹੋਣ ਵਾਲੀ ਗੱਲ ਹੀ ਨਹੀਂ ਹੈ। ਜਿੱਥੇ ਇੱਕ ਵੀ ਇਨਸਾਨ ਦੀ ਕਿਸੇ ਦੀ ਮੌਤ ਹੁੰਦੀ ਹੈ ਉੱਥੇ ਤੁਸੀਂ ਸੈਟੀਸਫਾਈ ਨਹੀਂ ਹੋ ਸਕਦੇ। ਇਹ ਬਿਲਕੁਲ ਪਤਾ ਵਾਲੀ ਗੱਲ ਹੈ, ਕਿਉਂਕਿ ਇਨਸਾਨ ਦੀ ਜਾਨ ਦੀ ਕੀਮਤ ਉੱਤੇ ਹੋਰ ਕੁਝ ਹੈ ਹੀ ਨਹੀਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਕੰਪੇਅਰ ਕਰੋ ਬਾਕੀ ਸਟੇਟਾਂ ਦੇ ਜੋ ਹਾਲਾਤ ਨੇ ਉਹਦੇ ਨਾਲੋਂ ਪੰਜਾਬ ਕਿੱਥੇ ਬੈਠਾ ਹੈ। ਪੰਜਾਬ ਉਹਨਾਂ ਸਾਰਿਆਂ ਨਾਲੋਂ ਮਚ ਬੈਟਰ ਪੋਜੀਸ਼ਨ ਦੇ ਵਿੱਚ ਹੈ, ਫਾਰ ਬੈਟਰ ਪੋਜੀਸ਼ਨ ਦੇ ਵਿੱਚ ਹੈ। ਠੀਕ ਹੈ, ਡਬਲ ਹੈ, ਰੇਟ ਆਫ ਡੈਥ ਡਬਲ ਹੈ। ਇਸ ਵੇਲੇ ਸਿਖਰ ਤੇ ਹੈ ਜੀ, ਮੌਤਾਂ ਦਾ ਜਿਹੜਾ ਆંકੜਾ ਬਹੁਤ ਜ਼ਿਆਦਾ ਵਾ, ਪਰਸੈਂਟੇਜ। L3 ਬੈੱਡ ਜ਼ੀਰੋ ਅਵੇਲੇਬਿਲਟੀ ਹੈ। ਮੈਂ ਬੇਨਤੀ ਕਰ ਰਿਹਾ, ਤੁਸੀਂ ਬਾਕੀਆਂ ਨਾਲ ਕੰਪੇਅਰ ਕਰੋ। ਜਿਹੜਾ ਇਸ ਸੂਬਿਆਂ ਦੇ ਵਿੱਚ ਹਾਲਾਤ ਨੇ ਉਸ ਦੇ ਮੁਕਾਬਲੇ ਪੰਜਾਬ ਦੇ ਵਿੱਚ ਸਥਿਤੀ ਕਿਤੇ ਵੱਧ ਕੰਟਰੋਲ ਦੇ ਵਿੱਚ ਹੈ, ਕਿਤੇ ਵੱਧ ਪੰਜਾਬ ਸਰਕਾਰ ਜਿਹੜੀ ਹੈ ਉਹ ਅਫੈਕਟਡ ਲੋਕਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਜੋ ਵੀ ਫਤਿਹ ਕਿੱਟ ਹਰੇਕ ਜਿਹੜਾ ਬਿਮਾਰ ਨੂੰ ਪਹੁੰਚਾਣੀ ਨਹੀਂ ਮਿਲ ਰਹੀ ਜੀ। ਫਤਿਹ ਕਿੱਟ ਫਤਿਹ ਕਿੱਟ ਨਹੀਂ ਪਹੁੰਚਦੀ ਜੀ। ਲੋਕਾਂ ਦੇ ਵਿੱਚ ਬਹੁਤ ਗੁੱਸਾ। ਅਸੀਂ 6 ਵਜੇ ਲਾਈਵ ਪ੍ਰੋਗਰਾਮ ਕਰਦੇ ਹਾਂ ਤਾਂ ਉਹਦੇ ਵਿੱਚੋਂ ਜੇ ਅਸੀਂ 100 ਕਾਲਾਂ ਲਈਏ ਤਾਂ ਉਹਦੇ ਵਿੱਚੋਂ ਐਸੇ ਬੰਦੇ 50 ਤੋਂ ਵੱਧ ਹੁੰਦੇ ਨੇ ਜਿਹੜੇ ਕਹਿੰਦੇ ਸਾਨੂੰ। ਦੇਖੋ, ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧੀਆਂ ਵੱਲੋਂ ਇਹ ਗੱਲਾਂ ਚਲਾਈਆਂ ਗਈਆਂ ਹੁੰਦੀਆਂ ਨੇ। ਬਾਕੀ ਠੀਕ ਹੈ, ਕਮੀਆਂ ਵੀ ਹੋਣਗੀਆਂ, ਉਹਨਾਂ ਨੂੰ ਦੂਰ ਕਰਨਾ ਤਾਂ ਸਰਕਾਰਾਂ ਦਾ ਕੰਮ ਨੇ, ਪ੍ਰਸ਼ਾਸਨ ਦਾ ਕੰਮ ਕੀ? ਪਰ ਕੁਵਰ ਜੀ, ਗੱਲ ਤਾਂ ਇਹ ਹੈ ਨਾ, ਸਰਕਾਰ ਤਾਂ ਆਪਣੇ ਰੌਲੇ ਦੇ ਵਿੱਚ ਉਲਝੀ ਹੋਈ ਹੈ ਇਸ ਵੇਲੇ, ਕਿਉਂਕਿ ਅੰਦਰੂਨੀ ਕਲੇਸ਼ ਬਹੁਤ ਹੈ। ਮੀਟਿੰਗਾਂ ਤਾਂ ਉਹਦੇ ਪ੍ਰਤੀ ਹੋਈ ਜਾ ਰਹੀਆਂ ਨੇ, ਇਹ ਵੀ ਮੰਨਦੇ ਹੋ, ਡਿਨਾਈ ਨਹੀਂ ਕਰ ਸਕਦੇ। ਨਹੀਂ, ਉਹ ਹੋ ਰਹੀਆਂ ਮੀਟਿੰਗਾਂ, ਉਹ ਆਪਣੀ ਜਗ੍ਹਾ ਹੈ, ਉਹਦੇ ਨਾਲ ਕੋਈ ਇੱਕ ਗੱਲ ਦੂਸਰੇ ਦਾ ਰਸਤਾ ਨਹੀਂ ਕੱਟਦੀ। ਤੁਸੀਂ ਗੱਲ ਨੂੰ ਸਮਝੋ। ਇਹ ਤਾਂ ਕਾਂਗਰਸ ਦੇ ਵਿੱਚ, ਇਹ ਕਾਂਗਰਸ ਦੇ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ, ਇਹ ਉਹਦੀ ਖੂਬਸੂਰਤੀ ਹੈ ਕਿ ਹਰ ਬੰਦਾ ਆਪਣੀ ਗੱਲ ਕਰ ਸਕਦਾ ਹੈ। ਜੇ ਕਿਸੇ ਗੱਲ ਨੂੰ ਕਿਸੇ ਦਾ, ਹੁਣ ਜੇ ਉਹਨਾਂ ਨੇ ਗੱਲ ਕੀਤੀ, ਮੇਰੀ ਬੇਨਤੀ ਸੁਣੋ, ਸੁਖੀ ਰੰਧਾਵਾ ਜੀ ਦੀ ਗੱਲ ਛਿੜੀ ਸੀ ਇੱਥੇ ਕਿ ਉਹਨਾਂ ਨੇ ਕਿਹਾ ਨਸ਼ੇ ਦੀ ਗੱਲ। ਸਭ ਤੋਂ ਪਹਿਲੀ ਗੱਲ, ਇਹ ਅਕਾਲੀਆਂ ਤੇ BJP ਵਾਲਿਆਂ ਦੇ ਬੀਜੇ ਕੰਡੇ ਹੈ ਅੱਜ ਜਿਹੜੇ ਕਾਂਗਰਸ ਝੁਕਦੀ ਫਿਰਦੀ ਹੈ। ਸਭ ਤੋਂ ਵੱਡੀ ਗੱਲ, ਇਹ ਤਾਂ ਗੱਲ ਹੀ ਨਹੀਂ ਕਰ ਸਕਦੇ, ਇਹਨਾਂ ਨੂੰ ਹੱਕ ਹੀ ਨਹੀਂ ਇਸ ਮਾਮਲੇ ਦੇ ਵਿੱਚ ਬੋਲਣ ਦਾ। ਦੂਸਰੀ ਗੱਲ, ਕਹਿੰਦੇ ਨਸ਼ਾ ਖਤਮ ਹੋਇਆ। ਮੈਂ ਮੰਨਦਾ ਨਸ਼ਾ ਘਟਿਆ ਬਹੁਤ ਹੈ, ਇਸ ਗੱਲ ਨੂੰ ਤੁਹਾਨੂੰ ਵੀ ਅੰਕੜੇ ਜਿਹੜੇ ਆ ਤੁਹਾਨੂੰ ਵੀ ਪਤਾ। ਪਰ ਉਹੀ ਤਾਂ ਗੱਲ ਹੈ, ਟਾਂਡਾ ਸਾਹਿਬ ਵੀ ਕੋਲ ਨੇ, ਭੰਡਾਰੀ ਜੀ ਵੀ ਕੋਲ ਨੇ। ਉਹ ਕਹਿੰਦੇ ਜੇਕਰ ਕੋਈ ਲਿਫਟ ਸੀਗਾ ਤਾਂ ਸਜ਼ਾ ਦੇ ਦਿਓ। ਦੇਖੋ, ਬਾਰਡਰ ਏਰੀਆ ਉਹ, ਉੱਥੋਂ ਸਮਗਲਿੰਗ ਹੁੰਦੀ ਹੈ, ਸਮਗਲਿੰਗ ਰੋਕਣਾ ਕਿਹਦਾ ਕੰਮ ਹੈ? ਪਤਾ ਲੱਗਿਆ ਤੁਹਾਨੂੰ ਸਮਗਲਿੰਗ ਦਾ?
ਮੇਰੀ ਬੇਨਤੀ ਸੁਣੋ, ਸਮਗਲਿੰਗ ਰੋਕਣਾ ਕਿਹਦਾ ਕੰਮ ਹੈ? ਸਮਗਲਿੰਗ ਜਿਹੜੀ ਹੈ ਉਹ ਜਿਹੜੀ ਕੇਂਦਰ ਦੀ ਸਰਕਾਰ ਹਰ ਗੱਲ ਤੇ ਆਪਣੀ ਪਿੱਠ ਥਾਪੜਦੀ ਹੈ, ਉਹ ਕਿਉਂ ਨਹੀਂ ਉਹਦੇ ਵਿੱਚ ਜਿਹੜਾ ਨੁਮਾਇਆਂ ਯੋਗਦਾਨ ਪਾਉਂਦੀ? ਇਹਨਾਂ ਨੂੰ ਭੰਡਾਰੀ ਸਾਹਿਬ ਨੂੰ ਮੈਂ ਪੁੱਛਦਾ, ਬੀਜੇਪੀ ਦੀ ਤੁਹਾਡੀ ਕੇਂਦਰ ਦੀ ਸਰਕਾਰ ਹੈ, ਉਹ ਕੀ ਕਰ ਰਹੀ ਹੈ? ਤੇ ਜੇ ਪੰਜਾਬ ਦੀ ਸਰਕਾਰ ਜੋ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ, ਉਹਦੇ ਨਤੀਜੇ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ। ਤੇ ਜੋ ਪਿਛਲੀ ਪੰਜਾਬ ਦੀ ਸਰਕਾਰ ਨੇ 10 ਸਾਲਾਂ 'ਚ ਕੀਤੇ ਸੀ, ਉਹਦੇ ਨਤੀਜੇ ਵੀ ਤੁਹਾਡੇ ਸਾਹਮਣੇ ਨੇ। ਤੁਸੀਂ ਫੈਸਲਾ ਕਰੋ, ਲੋਕ ਫੈਸਲਾ ਕਰਨ। ਅਸੀਂ ਜਾਵਾਂਗੇ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ, ਅਸੀਂ ਲੋਕਾਂ ਦੀ ਕਚਹਿਰੀ ਹੋਰ 8 ਮਹੀਨਿਆਂ 10 ਮਹੀਨਿਆਂ ਨੂੰ ਪੇਸ਼ ਹੋਣਾ। ਪਰ ਮੇਰੀ ਬੇਨਤੀ ਸੁਣੋ ਹਰਪ੍ਰੀਤ ਜੀ, ਪਰ ਗੱਲ ਤਾਂ ਇਹੀ ਹੈ, ਨਵਜੋਤ ਸਿੰਘ ਸਿੱਧੂ ਹੋ ਗਏ, ਪ੍ਰਗਟ ਸਿੰਘ ਹੋ ਗਏ, ਧਮਾਨ ਹੋ ਗਏ, ਸੁਖਜਿੰਦਰ ਰੰਧਾਵਾ ਹੋ ਗਏ, ਚਰਨਜੀਤ ਚੰਨੀ ਹੋ ਗਏ, ਉਹ ਕਹਿੰਦੇ ਕਿਹੜੇ ਮੂੰਹ ਨਾਲ ਜਾਵਾਂਗੇ ਅਸੀਂ ਲੋਕਾਂ ਨੂੰ ਜਾ ਕੇ ਕਵਾਂਗੇ ਕਿ ਵੋਟਾਂ ਕਿੱਦਾਂ ਮੰਗਾਂਗੇ ਅਸੀਂ? ਪ੍ਰਗਟ ਸਿੰਘ ਚਾਹੇ ਹੋ ਗਏ ਤੇ ਠੀਕ ਹੈ ਨਾ, ਜੇ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਮਨ ਦੇ ਵਿੱਚ, ਤੇ ਇਹ ਡਰ ਤਾਂ ਚੰਗੀ ਗੱਲ ਹੈ। ਲੋਕਾਂ ਦਾ ਡਰ ਹੈ, ਲੋਕਾਂ ਦਾ ਡਰ ਹੈ, ਲੋਕਾਂ ਨਾਲ ਕੀਤੀ ਹੋਈਆਂ ਗੱਲਾਂ ਨੂੰ ਪੂਰੇ ਕਰਨ ਦਾ ਇਹਨਾਂ ਨੂੰ ਤਾਂ ਸੀਗਾ ਹੀ ਨਹੀਂ। ਤੁਸੀਂ ਦੇਖੋ ਨਾ, ਅੱਜ ਤੁਸੀਂ ਜਿਹੜੀ ਕੇਂਦਰ ਦੀ ਸਰਕਾਰ ਅੱਛੇ ਦਿਨਾਂ ਦਾ ਵਾਅਦਾ ਲੈ ਕੇ ਆਈ ਸੀ, 15-15 ਲੱਖ ਦੇਣ ਦੀਆਂ ਗੱਲਾਂ ਕਰਦੀ, ਉਹਨਾਂ ਨੂੰ ਜੇ ਡਰ ਨਹੀਂ ਹੈ ਤੇ ਤੁਸੀਂ ਦੱਸੋ ਵੀ ਉਹ ਚੰਗੀ ਹੈ ਕਿ ਜਿਹੜੀ ਸਾਡੀ ਸਰਕਾਰ ਦੇ ਵਿੱਚ ਬੈਠੇ ਵਜ਼ੀਰ, ਸਾਡੀ ਸਰਕਾਰ ਦੇ ਵਿੱਚ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ, ਉਹਨਾਂ ਨੂੰ ਡਰ? ਇਹ ਡਰ ਚੰਗਾ? ਇਹ ਪਬਲਿਕ ਦਾ ਡਰ ਹੈ, ਜਨਤਾ ਦਾ ਡਰ ਹੈ। ਜਨਤਾ ਜਵਾਬ ਮੰਗਦੀ ਹੈ ਤੇ ਜਨਤਾ ਨੂੰ ਜਵਾਬਦਾਰੀ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਪੋਲੀਟੀਕਲ ਪਾਰਟੀ ਦੇ ਤੌਰ ਤੇ, ਜਨਤਾ ਦੇ ਨੁਮਾਇੰਦਿਆਂ ਦੇ ਤੌਰ ਤੇ, ਉਹਨਾਂ ਨੂੰ ਜਨਤਾ ਨੂੰ ਜਵਾਬਦਾਰੀ ਜਿਹੜੀ ਹੈ ਕਨਵਰ ਜੀ ਡਰ ਇਹ ਹੈ ਕਿ ਵੋਟਾਂ ਨਹੀਂ ਪੈਣੀਆਂ, ਜਿੱਤ ਨਹੀਂ ਪਾਵਾਂਗੇ ਅਸੀਂ। ਡਰ ਇਹ ਹੈ। ਕਹਿੰਦਾ ਜਿੱਤਣੀ, ਕੌਣ ਜਿੱਤੇ? ਮੈਨੂੰ ਤੁਸੀਂ ਇਸ ਗੱਲ ਦਾ ਜਵਾਬ ਦੇ ਦਿਓ। ਸਾਰੇ ਕਹਿੰਦੇ ਆ ਜੀ, ਸਾਰੇ ਲੀਡਰ ਕਹਿੰਦੇ ਆ, ਤੁਸੀਂ ਵੀ ਸੁਣਦੇ ਹੋਵੋਗੇ, ਸੋਸ਼ਲ ਡੋਮੇਨ ਦੇ ਵਿੱਚ ਬਿਆਨ ਨੇ ਸਾਰੇ। ਚਲੋ ਇੱਕ ਟਾਂਡਾ ਜੀ ਦਾ ਕਮੈਂਟ ਲੈਣਾ ਜੀ। ਟਾਂਡਾ ਜੀ, ਸਰ ਇਹ ਆਪਣੇ ਆਪ ਤੋਂ ਬਚ ਕਿਉਂ ਰਹੇ ਆ? ਇਹ ਦੱਸਣ ਕਿ ਇਹਨਾਂ ਨੇ 1.5 ਸਾਲ ਦੇ ਵਿੱਚ ਕਿੰਨੇ ਟੈਕਨੀਸ਼ੀਅਨ ਭਰਤੀ ਕੀਤੇ ਵੈਂਟੀਲੇਟਰ ਚਲਾਉਣ। ਇਹਨਾਂ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੈਂਟੀਲੇਟਰ ਬੰਦ ਤੇ ਬੰਦ ਕਿਉਂ ਪਏ? ਟਾਂਡਾ ਸਾਹਿਬ ਇੱਕ ਚੀਜ਼ ਐਡ ਕਰਨੀ ਚਾਹਾਂਗਾ। ਆਰਟੀਆਈ ਰਿਪੋਰਟ ਦਾ ਖੁਲਾਸਾ, 261 ਜਿਹੜੇ ਵੈਂਟੀਲੇਟਰ ਨੇ ਸਰਕਾਰੀ ਹਸਪਤਾਲਾਂ ਦੇ ਪ੍ਰਾਈਵੇਟਾਂ ਨੂੰ ਦੇਤੇ ਕਿ ਚਲਾਉਣ ਲਈ ਬੰਦਾ ਨਹੀਂ ਕੋਈ। ਐਗਜ਼ੈਕਟਲੀ ਇਹੀ ਕਹਿ ਰਹੇ ਹਾਂ। ਤੇ ਤੁਹਾਡਾ ਜਿਹੜਾ ਫਲੈਗਸ਼ਿਪ ਹੈ ਹਸਪੀਟਲ ਪਟਿਆਲੇ ਦਾ ਗਵਰਨਮੈਂਟ ਹਸਪੀਟਲ, ਉਹਦੇ ਵਿੱਚੋਂ ਤੁਹਾਡੇ ਐਮਐਲਏ 2 ਘੰਟਿਆਂ ਬਾਅਦ ਭੱਜ ਕਿਉਂ ਗਏ ਕਿ ਉੱਥੇ ਫੈਸਿਲਿਟੀ ਹੈ ਨਹੀਂ? ਉਹਦੇ ਬਾਅਦ ਤੁਸੀਂ ਕਿਹੜੀ ਫੈਸਿਲਿਟੀ ਉੱਥੇ ਕ੍ਰੀਏਟ ਕੀਤੀ ਔਰ ਨੁਕਸ ਦੂਰ ਕੀਤੇ? ਜਵਾਬ ਤਾਂ ਇਹ ਦੇਣਾ ਹੈ। ਜਵਾਬ ਇਹ ਕਿ ਦੂਜੀ ਸਟੇਟਸ ਨਾਲ ਕੰਪੇਅਰ ਕਰੋ। ਲੋ ਮੈਂ ਕੰਪੇਅਰ ਕਰਕੇ ਦੱਸ ਦਿੰਦਾ, ਪੰਜਾਬ ਦੀ ਡੈਥ ਰੇਟ ਡਬਲ ਹੈ। ਤੁਹਾਨੂੰ ਸ਼ਾਇਦ ਇਸ ਚੀਜ਼ ਦਾ ਅੰਦਾਜ਼ਾ ਨਹੀਂ। ਅੱਜ ਹਾਈਐਸਟ ਹੈ ਇਸ ਵੇਲੇ, ਹਾਈਐਸਟ ਹੈ, ਪਰਸੈਂਟੇਜ ਹਾਈਐਸਟ ਹੈ। ਐਂਡ ਤੁਸੀਂ ਸਾਰੇ ਹਸਪੀਟਲਸ ਨੂੰ ਡਾਇਰੈਕਸ਼ਨਸ ਦੇ ਰਹੇ ਹੋ ਕਿ ਜਿੰਨੀਆਂ ਡੈਥਸ ਹੈ ਉਹਨਾਂ ਨੂੰ ਸ਼ੋ ਨਾ ਕਰੋ ਕਿ ਪੈਂਡੈਮਿਕ ਚ ਹੋਈਆਂ। ਇਹ ਕਿਉਂ ਲੁਕਦੇ ਫਿਰਦੇ ਹੋ? ਕਿਉਂ ਛਤਰੀ ਨੀਚੇ ਭੱਜ ਰਹੇ ਹੋ ਸਾਰੇ ਇਕੱਠੇ ਹੋ ਕੇ? ਇਹ 5 ਸਾਲ ਜਦ ਨੇੜੇ ਆਏ ਹੈ, ਸਾਰੇ ਕਾਂਗਰਸ ਲੀਡਰਸ ਨੂੰ ਕਲੀਅਰ ਹੋ ਗਿਆ ਹੈ ਕਿ ਇਹਨਾਂ ਦਾ ਸਫਾਇਆ ਹੋਣ ਜਾ ਰਿਹਾ ਹੈ। ਇਹਨਾਂ ਨੂੰ ਜਨਤਾ ਨੇ ਝਾੜੂ ਮਾਰ ਕੇ ਕੱਢ ਦੇਣਾ ਹੈ। ਉਹ ਪ੍ਰਸ਼ਾਂਤ ਕਿਸ਼ੋਰ ਦੇ ਗੱਪਾਂ ਦਾ ਜਿਹੜਾ ਕੜਾ ਸੀ ਨਾ, ਉਹ ਲਾਰਿਆਂ ਦਾ ਕੜਾ ਸੀ, ਉਹਦੇ ਚੋਂ ਕੱਖ ਨਹੀਂ ਨਿਕਲਿਆ, ਤਾਂ ਹੀ ਉਹ ਭੱਜ ਗਿਆ ਪ੍ਰਸ਼ਾਂਤ ਕਿਸ਼ੋਰ। ਇਹ ਸਾਰਿਆਂ ਨੂੰ ਹੁਣ ਆਪੋ ਤਾਈ ਪਈ ਹੈ ਕਿ ਅਸੂ ਨਾ ਸਾਨੂੰ ਵੋਟਾਂ ਪੈਣੀਆਂ, ਨਾ ਅਸੀਂ ਜਿੱਤਣਾ। ਇਹ ਉਸ ਗੱਲ ਦੀ ਲੜਾਈ ਹੈ। 2 ਤਰ੍ਹਾਂ ਇਹਨਾਂ ਚ, ਇੱਕ ਕਹਿੰਦੀ ਹੈ ਕੈਪਟਨ ਨੂੰ ਹਟਾਓ, ਨਵਾਂ ਲੀਡਰ ਲਿਆਓ, ਨਹੀਂ ਤਾਂ ਮਰ ਗਏ। ਦੂਜੀ ਕਹਿੰਦੀ ਹੈ ਕੈਪਟਨ ਨੂੰ ਹਟਾ ਕੇ ਹੀਰੋ ਨਾ ਬਣ ਜਾਵੇ। ਇਹ ਸਾਰੇ ਦੇ ਸਾਰੇ ਹੁਣ ਇੱਕ ਦੂਜੇ ਦੀ ਖਿੱਚੋਤਾਈ ਚ ਪਏ ਹੋਏ ਆ। ਐਂਡ ਜੀ 4.5 ਸਾਲ ਜ਼ੀਰੋ ਪਰਫਾਰਮੈਂਸ। ਚਲੋ ਟਾਂਡਾ ਸਾਹਿਬ ਦੇ ਵੱਲੋਂ ਮੈਂ ਆਪਣੇ ਭਰਾ ਨੂੰ ਕਹਿੰਦਾ ਹੈ ਕਿ ਤੁਹਾਨੂੰ ਵੀ ਨਹੀਂ ਕਦੇ ਮਿਲੇ ਹੋਣੇ ਹੋ, ਸਾਰਾ ਗੜੀ ਚੋਂ ਬਾਹਰ ਪੈਰ ਨਹੀਂ ਧਰਦੇ ਹੋ। ਉਹ ਮੁੱਖ ਮੰਤਰੀ ਕੀ ਕਰੂ ਜਿਹੜਾ ਜਨਤਾ ਚ ਹੀ ਨਹੀਂ ਵਿਚਰਦਾ? ਚਲੋ ਟਾਂਡਾ ਸਾਹਿਬ ਦੇ ਵੱਲੋਂ ਬਿਲਕੁਲ ਪਰਫਾਰਮੈਂਸ ਨੂੰ ਮੰਫੀ ਨੰਬਰ ਦਿੱਤੇ ਗਏ ਨੇ। ਸਾਡੇ ਜਾਂ ਇੱਕ ਕਮੈਂਟ ਲੈਣੇ, ਟਾਈਮ ਵਾਈਂਡ ਅਪ ਕਰਨਾ। ਭੰਡਾਰੀ ਸਾਹਿਬ ਦਾ ਕਮੈਂਟ ਲੈਣੇ। ਭੰਡਾਰੀ ਸਾਹਿਬ ਜੀ, ਦੇਖੋ ਏਦਾਂ ਹੈ ਕਿ ਹੁਣੇ ਫਤਿਹ ਗਿੱਟ ਦੀ ਗੱਲ ਕਰ ਰਹੇ ਸੀ। ਆ ਫਤਿਹ ਗਿੱਟ ਦੀ ਅਖਬਾਰ ਦੀ ਖਬਰ ਦੇਖ ਲਓ ਕਿ ਫਤਿਹ ਗਿੱਟਾਂ ਮਿਲੇ ਹੀ ਨਹੀਂ ਰਹੀਆਂ। ਐਉਂ ਕਰਕੇ ਫਤਿਹ ਥੋੜੀ ਹੋ ਜਾਣਾ, ਗਰਾਊਂਡ ਤੇ ਕੰਮ ਕਰਨਾ ਪੈਂਦਾ ਤਾਂ ਫਤਿਹ ਹੁੰਦਾ। ਦੇਖੋ ਕੁੱਲ ਮਿਲਾ ਕੇ ਪਹਿਲੇ ਦਿਨ ਤੋਂ ਜਿਹੜੇ ਵੱਡੇ ਵੱਡੇ ਇਹਨਾਂ ਨੇ ਵਾਅਦੇ ਕੀਤੇ ਸੀ, ਇਹਨਾਂ ਦੇ ਲੋਕਾਂ ਨੇ ਹੀ ਉਹਦੀ ਹਵਾ ਕੱਢੀ ਹੈ। ਅੱਜ ਜਿਹੜਾ ਕਾਂਗਰਸ ਦੇ ਵਿੱਚ ਖਲਬਲੀ ਮਚੀ ਹੈ, ਆਪੋ ਤਾਪੀ ਪਈ ਹੈ, ਉਹ ਕਿਉਂ ਪਈ ਹੈ? ਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਸਰਕਾਰ ਕੁਝ ਨਹੀਂ ਕਰ ਪਾਈ। ਔਰ ਸੀਐਮ ਇਹ ਗੱਲ ਕਹਿੰਦਾ, ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿਸਾਨਾਂ ਦੇ ਆੜ ਦੇ ਵਿੱਚ ਅਸੀਂ ਆਪਣੇ ਆਪ ਨੂੰ ਅਲੱਗ ਅਮਰਚ ਕਰ ਲਈਏ। ਵਿੱਚੋਂ ਹੀ ਸੀਐਮ ਕਹਿਣ ਲੱਗ ਗਿਆ, ਦੇਖੋ ਜੀ
70-72 ਪ੍ਰਾਈਵੇਟ ਇਨਵੈਸਟਮੈਂਟ ਆ ਰਹੀ ਸੀ, ਇਹ ਚੱਕਰੋਂ ਚਲੇ ਗਈ। ਯਾਨੀ ਕੁਛ ਵੀ ਉਹ ਵੀ ਕਹਿਤਾ ਕਿ ਪ੍ਰਾਈਵੇਟ ਇਨਵੈਸਟਮੈਂਟ ਵੀ ਕੋਈ ਨਹੀਂ ਆ ਰਹੀ। ਔਰ ਇਹਨਾਂ ਦੀ ਪਾਰਟੀ ਮਾਫ ਕਰਨਾ ਪੂਰੇ ਕਾਰਪੋਰੇਟ ਹਾਊਸ ਵਾਂਗੂ ਚੱਲਦੀ ਹੈ, ਇੱਕੋ ਹੀ ਹੈ ਹਾਊਸ। ਚਲੋ ਚਲੋ ਠੀਕ ਹੈ ਭੰਡਾਰੀ ਸਾਹਿਬ, ਠੀਕ ਹੈ, ਤੁਹਾਡਾ ਕਮੈਂਟ ਲੈ ਲਿਆ। ਸਾਡੇ ਕੋਲ ਟਾਈਮ ਬਹੁਤ ਥੋੜਾ ਰਹਿ ਗਿਆ। ਇੱਕ ਹਰਪ੍ਰੀਤ ਜੀ ਦਾ ਕਮੈਂਟ ਲਾਸਟ ਲੈ ਲਿਆ। ਹਰਪ੍ਰੀਤ ਜੀ, ਇੱਕ ਤੁਹਾਨੂੰ ਹੋਰ ਚੀਜ਼ ਮੈਂ ਐਡ ਕਰਦਾ। ਪ੍ਰਤਾਪ ਸਿੰਘ ਬਾਜਵਾ ਨੇ 45 ਦਿਨਾਂ ਦਾ ਟਾਈਮ ਦਿੱਤਾ। ਉਹ ਕਹਿੰਦੇ ਕਿ 3 ਚੀਜ਼ਾਂ ਨੇ ਜਿਹੜੀਆਂ ਸਰਕਾਰ ਚਲਾ ਰਹੀਆਂ ਨੇ। ਰਿਟਾਇਰਡ ਬਿਊਰੋਕਰੇਟ ਚਲਾ ਰਹੇ ਨੇ, ਅਤੁਲ ਨੰਦਾ ਚਲਾ ਰਹੇ ਨੇ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਦੋਸਤ ਨੇ, ਔਰ ਉਹਨਾਂ ਨੂੰ ਜਿਹੜਾ ਹਟਾਉਣ ਦੀ ਵੀ ਮੰਗ ਕਰ ਚੁੱਕੇ ਨੇ। ਸੋਸ਼ਲ ਮੀਡੀਆ ਦੇ ਉੱਤੇ ਬਕਾਇਦਾ ਪਾਇਆ ਸੀ ਉਹਨਾਂ ਨੇ। ਇਸ ਤੋਂ ਤੱਕ ਕਿ ਡੀਜੀਪੀ ਦੀ ਨਿਯੁਕਤੀ ਨੂੰ ਵੀ ਉਹ ਕਹਿੰਦੇ ਨੇ ਕਿ ਜਿਹੜੀ ਹੈ ਕਿ ਇੱਕ ਦੂਜੇ ਨੂੰ ਖੁਸ਼ ਕਰਨ ਦੇ ਲਈ ਲਗਾਈ ਗਈ ਹੈ, ਕੇਂਦਰੀ ਕਮਾਨ ਨੂੰ ਖੁਸ਼ ਕਰਨ ਲਈ ਲਗਾਈ ਗਈ ਹੈ। ਦੇਖੋ, ਇਹ ਬਾਜਵਾ ਸਾਹਿਬ ਦੀ ਜਿਹੜੀ ਨਿਸ਼ਠਾ ਹੈ ਆਪਣੀ ਜਨਤਾ, ਪੰਜਾਬ ਦੇ ਜਨਤਾ ਪ੍ਰਤੀ, ਉਹਨਾਂ ਦੀ ਵੀ ਜਵਾਬਦਾਰੀ ਬਣਦੀ ਹੈ, ਕਿਉਂਕਿ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਵੀ ਪ੍ਰਚਾਰ ਕੀਤਾ ਤੇ ਬਿਲਕੁਲ ਉਹਨਾਂ ਦਾ ਹੱਕ ਹੈ ਇਹ ਗੱਲ ਕਹਿਣਾ। ਉਹ ਕਹਿਣਗੇ। ਔਰ ਉਹ ਮੈਂ ਸਮਝਦਾ ਕਿ ਜੇ ਪੰਜਾਬ ਸਰਕਾਰ ਜਿਹੜੀ ਹੈ ਉਹ ਉਹਨਾਂ ਦੀਆਂ ਗੱਲਾਂ ਦੇ ਉੱਤੇ ਗੌਰ ਕਰੇਗੀ, ਜਿਹੜੀਆਂ ਵੀ ਉਹਨਾਂ ਦੀ ਸ਼ੰਕੇ ਨੇ ਉਹ ਦੂਰ ਕੀਤੇ ਜਾਣਗੇ। ਬਾਕੀ ਜਿਹਦੀ ਗੱਲ ਹੈਗੀ ਆ ਆਪਣੇ ਭੰਡਾਰੀ ਸਾਹਿਬ ਨੇ ਜੋ ਕਿਹਾ ਕਿ ਕਾਰਪੋਰੇਟ, ਬਿਲਕੁਲ ਕਾਰਪੋਰੇਟ ਵਾਲੀਆਂ ਗੱਲਾਂ ਤਾਂ ਇਹਨਾਂ ਨੂੰ ਤਾਂ ਹੀ ਆਉਂਦੀਆਂ ਨੇ ਸਾਰੀਆਂ ਕਿਉਂਕਿ ਇਹਨਾਂ ਦੀ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਹੈ ਉਹ ਕਾਰਪੋਰੇਟ ਹੀ ਚਲਾ ਰਿਹਾ। ਮੋਦੀ ਸਾਹਿਬ ਤਾਂ ਐਵੇਂ ਕਦੇ ਦਾੜੀ ਵਧਾ ਕੇ, ਕਦੇ ਘਟਾ ਕੇ, ਕਦੇ ਹੰਝੂ ਕੇ, ਉਹ ਤਾਂ ਟਾਈਮ ਪਾਸ ਕਰਦੇ ਆ। ਮੇਨ ਤਾਂ ਜਿਹੜੀ ਕਾਰਪੋਰੇਟ ਸੈਕਟਰ ਹੀ ਇਸ ਦੇਸ਼ ਨੂੰ ਅੱਜ ਚਲਾ ਰਿਹਾ। ਤੇ ਬਾਕੀ ਜਿਹੜੀ ਗੱਲ ਕਰਦੇ ਆ ਆਉਣ ਦੀਆਂ ਇਲੈਕਸ਼ਨਾਂ ਦੀ, ਇਲੈਕਸ਼ਨਾਂ ਦੇ ਵਿੱਚ ਮੈਨੂੰ ਉਮੀਦ ਹੈ ਵੀ ਸ਼ਾਇਦ ਬੀਜੇਪੀ ਦਾ ਇਸ ਵਾਰੀ ਖਾਤਾ ਵੀ ਨਾ ਖੁੱਲੇ। ਅਕਾਲੀ ਦਲ ਆਪਣੇ ਆਪ ਸਰਵਾਈਵ ਨਹੀਂ ਕਰ ਸਕਿਆ। ਕਾਂਗਰਸ ਦਾ ਕਿਵੇਂ ਲੱਗਦਾ? ਮੈਂ ਦੱਸ ਰਿਹਾ, ਲੋਕਾਂ ਦਾ ਵਿਸ਼ਵਾਸ ਅੱਜ ਵੀ ਕਾਂਗਰਸ ਦੇ ਵਿੱਚ ਪੂਰਾ ਇੱਕ ਵਾਂਗੂ ਪੱਕਾ ਹੈ। ਪਰ ਕਿਸ ਬਣਾ ਤੇ ਪਰ ਹਰਪ੍ਰੀਤ ਜੀ, ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ। ਇੱਕ ਮੇਰੀ ਬੇਨਤੀ ਸੁਣੋ। ਤੁਸੀਂ ਕਹਿੰਦੇ ਹੋ ਕਿ ਲੋਕਾਂ ਦਾ ਵਿਸ਼ਵਾਸ ਹੋ ਕਾਂਗਰਸ, ਪਰ ਵੱਡੀ ਗੱਲ ਇਹ ਹੈ ਨਾ ਕਿ ਆਪਣੇ ਲੀਡਰ ਦੇ ਪ੍ਰਤੀ, ਆਪਣੇ ਜਿਹੜੇ ਮੰਤਰੀਆਂ ਦਾ ਵਿਸ਼ਵਾਸ ਨਹੀਂ ਹੈਗਾ, ਤਾਂ ਲੋਕ ਕੀ ਸੋਚਣ ਇਹਦੇ ਬਾਰੇ? ਦੇਖੋ, ਇਹ ਮੈਂ ਉਹੀ ਤਾਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਇਹ ਕਾਂਗਰਸ ਦੀ ਖੂਬਸੂਰਤੀ ਹੈ। ਕਾਂਗਰਸ ਦੇ ਵਿੱਚ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਉਹਦੀ ਖੂਬਸੂਰਤੀ ਹੈ ਕਿ ਹਰ ਬੰਦਾ ਆਪਣੀ ਆਵਾਜ਼ ਚੁੱਕਣ ਲਈ ਆਜ਼ਾਦ ਹੈ। 10 ਸਾਲ ਅਕਾਲੀਆਂ ਦੀ ਸਰਕਾਰ 'ਚ ਕਿਸੇ ਦੀ ਹਿੰਮਤ ਨਹੀਂ ਪਈ। ਠੀਕ ਹੈ, ਪ੍ਰਕਾਸ਼ ਸਿੰਘ ਬਾਦਲ ਨੂੰ, ਮਜੀਠੀਆ ਜੀ ਨੂੰ, ਧੰਨਵਾਦ। ਠੀਕ ਹੈ, ਬਿਲਕੁਲ ਤੁਹਾਡੀ ਰਾਏ ਅਸੀਂ ਲਈ ਹੈ। ਤਾਂ ਬਿਲਕੁਲ ਤਮਾਮ ਜਿਹੜੇ ਸਾਡੇ ਨਾਲ ਪੈਨਲ ਜੁੜਿਆ ਸੀ, ਤਾਂ ਧੰਨਵਾਦ ਕਰਦੇ ਹਾਂ ਹਰੀਸ਼ ਰਾਏ ਟਾਂਡਾ ਜੀ ਦਾ, ਰਜਿੰਦਰ ਭੰਡਾਰੀ ਜੀ ਦਾ ਤੇ ਕੁੰਵਰ ਹਰਪ੍ਰੀਤ ਸਿੰਘ ਜੀ ਦਾ। ਤਾਂ ਤਮਾਮ ਜਿਹੜੇ ਸਾਡੇ ਪੈਨਲ ਦੇ ਵਿੱਚ ਮੌਜੂਦ ਸੀ, ਸਾਰੇ ਮਹਿਮਾਨਾਂ ਦਾ ਧੰਨਵਾਦ। ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਉੱਤੇ ਗੱਲਬਾਤ ਕੀਤੀ ਹੈ, ਤਾਂ ਵੱਖ-ਵੱਖ ਤਰ੍ਹਾਂ ਦੇ ਪੱਖ ਨਿਕਲ ਕੇ ਸਾਹਮਣੇ ਆਏ ਨੇ। ਆਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਵੇਗੀ। ਧੰਨਵਾਦ।